हस्त खेलत तेरे देवरे आया। साखी नंबर 9 ਜਾਂ ਇਹਨੂੰ ਆਪਾਂ ਵਿਅੰਗ ਕਹਿ ਲਈਏ ਚਾਹੇ ਸਾਖੀ ਕਹਿ ਲਈਏ, ਗੱਲ ਇੱਕੋ ਹੀ ਹੈ ਕਿਉਂਕਿ ਇਹਦੇ 'ਤੇ ਧਰਮ ਦੀ ਰੰਗਤ ਚੜ੍ਹੀ ਹੋਈ ਹੈ। ਇਸ ਤੋਂ ਮਗਰੋਂ ਗੁਰੂ ਨਾਨਕ ਸਾਹਿਬ ਕੁਰੂਕਸ਼ੇਤਰ ਪਹੁੰਚ ਗਏ। ਸੂਰਜ ਗ੍ਰਹਿਣ ਸਮੇਂ ਇੱਕ ਵੱਡੇ ਇਕੱਠ ਵਿੱਚ ਧਰਮ ਸਥਾਨ 'ਤੇ ਹਿਰਨ ਦਾ ਮਾਸ ਰਿੰਨ੍ਹਿਆ ਪਹਿਲਾਂ ਬਣਾਈ ਸਕੀਮ ਮੁਤਾਬਕ ਆਪਣੇ ਕਿਸੇ ਸੇਵਕ ਨੂੰ ਕਹਿ ਕੇ ਹਿਰਨ ਉੱਥੇ ਮੰਗਵਾਇਆ ਅਤੇ ਉਹਦਾ ਮਾਸ ਤਿਆਰ ਕਰਵਾਇਆ। ਵਿਰੋਧ ਹੋਣ 'ਤੇ ਇੱਥੇ ਇਸ ਤਰ੍ਹਾਂ ਦੀ ਵਿਚਾਰ ਚਰਚਾ ਵੀ ਕੀਤੀ। ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੈ। ਇਹ ਸ਼ਬਦ 1299 ਪੰਨੇ ਦੇ ਉੱਤੇ ਮੌਜੂਦ ਹੈ, ਜਿਹੜਾ ਕਿ ਬਹੁਤ ਲੰਮਾ ਸ਼ਬਦ ਹੈ। ਮੈਂ ਤਾਂ ਇੱਥੋਂ ਤੱਕ ਵੀ ਕਹਿਣ ਨੂੰ ਮਜਬੂਰ ਹਾਂ ਕਿ ਕਦੀ ਵੀ ਕਿਸੇ ਕਥਾਵਾਚਕ ਨੇ ਗੁਰਦੁਆਰੇ ਦੇ ਵਿੱਚ ਇਹ ਸ਼ਬਦ ਦੀ ਪੂਰੇ ਦੀ ਕਥਾ ਨਹੀਂ ਕੀਤੀ, ਸਾਰੇ ਡਰਦੇ ਨੇ। ਕਦੀ ਕੀਰਤਨੀਆਂ ਨੇ ਦਰਬਾਰ ਸਾਹਿਬ 'ਚ ਅਤੇ ਹੋਰ ਗੁਰਦੁਆਰਿਆਂ 'ਚ ਇਹ ਸ਼ਬਦ ਦਾ ਕਦੇ ਵੀ ਕੀਰਤਨ ਨਹੀਂ ਕੀਤਾ। ਸਾਰੇ ਥਰ ਥਰ ਕੰਬਦੇ ਨੇ ਵੀ ਜੇ ਇਹਦਾ ਕੀਰਤਨ ਕਰ ਦਿੱਤਾ ਨੌਕਰੀ ਜਾਂਦੀ ਰਹਿਣੀ ਹੈ। ਅਤੇ ਇੱਥੇ ਇਹ ਵੀ ਕਹਿ ਦਿੱਤਾ ਸਾਡੇ ਬਹੁਤ ਸਾਰੇ ਭੁੱਲੜ ਸਿੱਖਾਂ ਨੇ ਕਿ ਗੁਰੂ ਨਾਨਕ ਸਾਹਿਬ ਨੇ ਭਾਵੇਂ ਰਿੰਨ੍ਹਿਆ ਤਾਂ ਹਿਰਨ ਦਾ ਮਾਸ ਸੀ, ਪਰ ਜਦੋਂ ਲੋਕਾਂ ਨੇ ਵਿਰੋਧ ਕੀਤਾ, ਗੁਰੂ ਨਾਨਕ ਸਾਹਿਬ ਨੇ ਆਖਿਆ ਕੱਪੜਾ ਚੁੱਕ ਕੇ ਵੇਖੋ, ਢੱਕਣ ਚੁੱਕ ਕੇ ਵੇਖੋ ਕੜਾਹੇ ਦੇ ਉੱਤੋਂ, ਤਾਂ ਵਿੱਚੋਂ ਕਹਿੰਦੇ ਕੜਾਹ ਪ੍ਰਸ਼ਾਦ ਬਣਿਆ ਨਿਕਲਿਆ। ਕੋਈ ਕਹਿੰਦਾ ਖੀਰ ਬਣੀ ਲੱਭ ਗਈ ਹੈ ਅਤੇ ਉਹਨਾਂ ਨੇ ਖੀਰ ਕੜਾਹ ਮੀਟ ਦਾ ਬਣਾ ਕੇ ਰੱਖ ਦਿੱਤਾ। ਇਹ ਵੀ ਝੂਠ ਬੋਲਿਆ ਗਿਆ। ਇਸ ਤਰ੍ਹਾਂ ਕੁਝ ਵੀ ਨਹੀਂ ਬਦਲਿਆ ਕਰਦਾ। ਖੈਰ, ਗੁਰੂ ਨਾਨਕ ਸਾਹਿਬ ਉਹਨਾਂ ਦੀਆਂ ਬੇਸਰ ਪੈਰ ਦੀਆਂ ਰੀਤਾਂ ਦਾ ਗੁਰੂ ਨਾਨਕ ਨੇ ਚੰਗਾ ਮੌਜੂ ਬਣਾਇਆ। ਜਿਨ੍ਹਾਂ ਵਹਿਮਾਂ ਵਿੱਚੋਂ ਗੁਰੂ ਨਾਨਕ ਸਾਹਿਬ ਨੇ ਲੋਕਾਈ ਨੂੰ ਮੁਕਤ ਕਰਨ ਵਾਸਤੇ ਅਥਾਹ ਕੋਸ਼ਿਸ਼ ਕੀਤੀ, ਉਹਨਾਂ ਨੇ ਤਾਂ ਵਹਿਮਾਂ ਵਿੱਚੋਂ ਕੀ ਨਿਕਲਣਾ ਸੀ, ਸਗੋਂ ਸਿੱਖ ਅਖਵਾਉਣ ਵਾਲੇ ਖੁਦ ਹੀ ਮਾਸ ਦੇ ਝਗੜੇ ਵਿੱਚ ਉਲਝ ਗਏ ਅਤੇ ਵੱਖੋ ਵੱਖਰੇ ਜਥੇਬੰਦੀਆਂ, ਨਿਹੰਗ ਸਿੰਘ ਤਾਂ ਗੁਰਦੁਆਰੇ ਦੇ ਵਿੱਚ ਹੀ ਬੱਕਰੇ ਵੱਢ ਕੇ ਖਾਂਦੇ ਨੇ ਅਤੇ ਟਕਸਾਲ ਵਾਲੇ ਅਤੇ ਰਣਧੀਰ ਸਿੰਘ ਦੇ ਜਥੇ ਵਾਲੇ ਇਹ ਮੀਟ ਤੋਂ ਨਫ਼ਰਤ ਕਰਦੇ ਨੇ ਅਤੇ ਇਹ ਆਪਸ ਦੇ ਵਿੱਚ ਹੀ ਟਕਰਾਅ ਹੋਇਆ ਪਿਆ। ਖੈਰ, ਹਾਲਾਂਕਿ ਸਿੱਖ ਜੀਵਨ ਵਿੱਚ ਮਾਸ ਖਾਣ ਦੀ ਕੋਈ ਮਨਾਹੀ ਨਹੀਂ ਹੈ। ਸਿੱਖ ਰਹਿਤ ਮਰਿਆਦਾ ਮੁਤਾਬਕ ਹਲਾਲ ਮਾਸ ਖਾਣ ਦੀ ਮਨਾਹੀ ਹੈ, ਝਟਕੇ ਦੀ ਕੋਈ ਮਨਾਹੀ ਨਹੀਂ ਹੈ। ਇੱਥੋਂ ਚੱਲ ਕੇ ਬਾਬਾ ਜੀ ਜਗਨਨਾਥਪੁਰੀ ਪਹੁੰਚ ਗਏ। ਉੱਥੇ ਆਰਤੀ ਅਤੇ ਕਰਾਰਾ ਵਿਅੰਗ ਗੁਰੂ ਨਾਨਕ ਸਾਹਿਬ ਨੇ ਕੀਤਾ। ਗਗਨਮੈ ਥਾਲ, ਇਹ ਸਾਰਾ ਤੁਸੀਂ ਸ਼ਬਦ ਸੁਣਿਆ ਹੋਇਆ। ਇਹ ਸਾਰਾ ਸ਼ਬਦ ਆਰਤੀ ਦੇ ਵਿਰੋਧ ਵਿੱਚ ਹੈ, ਪਰ ਸਿੱਖਾਂ ਦੇ ਬਹੁਗਿਣਤੀ ਗੁਰਦੁਆਰਿਆਂ 'ਚ ਅਤੇ ਡੇਰਿਆਂ ਵਿੱਚ ਹਰ ਥਾਂ ਇਹੋ ਹੀ ਸ਼ਬਦ ਪੜ੍ਹ ਕੇ ਆਰਤੀ ਕੀਤੀ ਜਾ ਰਹੀ ਹੈ। ਦਿਨੇ ਹੀ ਦੀਵੇ ਬਾਲ ਕੇ ਆਪਣੀ ਅਕਲ ਦਾ ਦਿਵਾਲਾ ਕੱਢਿਆ ਜਾ ਰਿਹਾ ਹੈ। ਇਹਨਾਂ ਸਾਖੀਆਂ ਤੋਂ ਪਾਠਕ ਕਰੀਬ ਕਰੀਬ ਜਾਣੂ ਹਨ। ਅਗਲੀ ਇੱਕ ਸਾਖੀ ਬਾਰੇ ਜਰਾ ਖੁੱਲ੍ਹ ਕੇ ਵਿਚਾਰ ਕਰਾਂਗੇ, ਜਿਸ ਨੂੰ ਕਲਯੁਗੀ ਪੰਡੇ ਵਾਲੀ ਸਾਖੀ ਕਿਹਾ ਜਾਂਦਾ ਹੈ। ਇਹ ਹਾਸਿਆਂ ਭਰਪੂਰ ਘਟਨਾ ਵੀ ਜਗਨਨਾਥਪੁਰੀ ਦੀ ਹੈ। ਇਸ ਦਾ ਅਸਲੀ ਨਾਮ ਤਾਂ ਕਿਤੇ ਲਿਖਿਆ ਮਿਲਦਾ ਨਹੀਂ ਹੈ, ਪਰ ਆਮ ਪ੍ਰਚਲਿਤ ਨਾਮ ਕਲਯੁਗੀ ਪੰਡਾ ਹੈ, ਇੱਥੋਂ ਦਾ ਜਿਹੜਾ ਪੁਜਾਰੀ ਸੀ। ਇਹ ਚੌਂਕੜਾ ਮਾਰ ਕੇ, ਅੱਖਾਂ ਬੰਦ ਕਰਕੇ, ਨੱਕ ਪਕੜ ਕੇ ਅੰਤਰ ਧਿਆਨ ਹੋਣ ਦਾ ਪਖੰਡ ਕਰ ਰਿਹਾ ਸੀ। ਵੇਖਣ ਵਾਲਿਆਂ ਨੂੰ ਕਹਿੰਦਾ ਸੀ, ਮੈਨੂੰ 3 ਲੋਕ ਦਿਸਦੇ ਹਨ। ਅਗਰ ਕੋਈ ਆਪਣੇ ਮਰ ਚੁੱਕੇ ਮਾਤਾ ਪਿਤਾ ਜਾਂ ਸੰਬੰਧੀਆਂ ਬਾਰੇ ਕੁਝ ਪੁੱਛਣਾ ਚਾਹੇ ਤਾਂ ਮੈਂ ਸੁਰਗ ਨਰਕ ਵਿੱਚੋਂ ਵੇਖ ਕੇ ਸਾਰੀ ਖਬਰ ਤੁਹਾਨੂੰ ਦੇ ਸਕਦਾ ਹਾਂ। ਲੋਕੀ ਆਪਣੇ ਮਰ ਚੁੱਕੇ ਸੰਬੰਧੀਆਂ ਬਾਰੇ ਸਵਾਲ ਕਰਦੇ ਸਨ। ਇਹ 2-4 ਗੱਲਾਂ ਪੁੱਠੀਆਂ ਸਿੱਧੀਆਂ ਉਹਨਾਂ ਨੂੰ ਸੁਣਾ ਦਿੰਦਾ ਸੀ। ਇਸ ਸਾਧ ਨੇ ਆਪਣੇ ਅੱਗੇ ਇੱਕ ਲੋਟਾ ਭਾਂਡਾ ਰੱਖਿਆ ਹੋਇਆ ਸੀ। ਲੋਕੀ ਉਸ ਵਿੱਚ ਪੈਸੇ 2 ਪੈਸੇ ਪਾ ਦਿਆ ਕਰਦੇ ਸਨ। ਲੰਮੇ ਸਮੇਂ ਤੋਂ ਇਸ ਦਾ ਇਹੀ ਪਖੰਡ ਅਤੇ ਆਮਦਨ ਦਾ ਸਾਧਨ ਬਣਿਆ ਹੋਇਆ ਸੀ। ਭਾਈ ਮਰਦਾਨਾ ਅਤੇ ਬਾਕੀ ਸੇਵਕਾਂ ਸਮੇਤ ਗੁਰੂ ਨਾਨਕ ਸਾਹਿਬ ਇੱਥੇ ਆ ਗਏ। ਸਾਰੇ ਹਾਲਾਤ ਨੂੰ ਚੰਗੀ ਤਰ੍ਹਾਂ ਘੋਖਿਆ, ਪਰਖਿਆ, ਸਮਝ ਲਿਆ। ਜਦੋਂ ਪਾਂਡੇ ਨੇ ਅੱਖਾਂ ਬੰਦ ਕਰ ਲਈਆਂ ਤਾਂ ਆਗਿਆ ਪਾ ਕੇ ਮਰਦਾਨਾ ਜੀ ਨੇ ਸਾਧ ਅੱਗੋਂ ਲੋਟਾ ਚੁੱਕ ਕੇ ਪਿੱਛੇ ਲੁਕਾ ਦਿੱਤਾ। ਲੋਟੇ ਵਿੱਚ ਸਿੱਕੇ ਪੈਣ ਦੀ ਆਵਾਜ਼ ਆਉਣੀ ਬੰਦ ਹੋ ਗਈ ਤਾਂ ਪਾਂਡੇ ਨੇ ਅੱਖਾਂ ਖੋਲ੍ਹੀਆਂ। ਲੋਟਾ ਨਾ ਦਿਸਿਆ ਤਾਂ ਘਬਰਾ ਗਿਆ। ਲੱਗਾ ਲੋਕਾਂ ਨੂੰ ਡਰਾਉਣ, ਮੇਰਾ ਲੋਟਾ ਦੱਸੋ ਕਿਸ ਨੇ ਚੁੱਕਿਆ ਹੈ, ਵਰਨਾ ਮੈਂ ਸ਼ਰਾਪ ਦੇ ਕੇ ਭਸਮ ਕਰ ਦਿਆਂਗਾ। ਗੁਰੂ ਨਾਨਕ ਸਾਹਿਬ ਨੇ ਸਾਰਿਆਂ ਨੂੰ ਚੁੱਪ ਰਹਿਣ ਦਾ ਇਸ਼ਾਰਾ ਕਰ ਦਿੱਤਾ ਅਤੇ ਖੁਦ ਅੱਗੇ ਵਧ ਕੇ ਪੁੱਛਣ ਲੱਗੇ, ਪੰਡਿਤ ਜੀ, ਹੁਣੇ ਤੁਸੀਂ ਕਹਿ ਰਹੇ ਸੀ ਕਿ ਮੈਨੂੰ ਤਰਲੋਕੀ ਦਿਸਦੀ ਹੈ,
ਤੁਹਾਡਾ ਲੋਟਾ ਤਰਲੋਕੀ ਦੇ अंदर ही है, वेख लो कित्थे पिया। पांडा बोलिया, साधु लोगों के साथ मजाक करना अच्छी बात नहीं, जल्दी लोटा बताओ कहाँ है। गुरु नानक जी बोले, पंडित जी मैं भी मजाक कर नहीं आया, सच्ची बात यही है कि लोटा इसे धरती ते है, तेरे नेड़े ही किते पिया है। तू हुणे कह रहा सी कि मैनू 3 लोग दिसदे हन, पर अपने नेड़े पिया तैनू लोटा नहीं दिसदा। धार्मिक वस्त्र पहन के लोगों नू क्यों गुमराह करते हो? ये विचारे अनजान लोग हैं, इन्हां नू चंगी मत दिया करो। तू उल्टा इन्हां नू लुटदा भी है ते कुराही भी पाई जाना। कि यही है तेरा धर्म? तैनू शर्म नहीं आउंदी थोड़ी बहुती? पांडे दा शर्म नाल सिर झुक गया। मरदाना जी ने लोटा लिया के पांडे दे अगे रख दिता। सारे लोग बिट बिट तक रहे सन। कुछ देर की खामोशी मगरों पांडा उठिया ते गुरु नानक दे चरनां ते सिर रख के माफ़ी मंगी। अगे तो अजिहा पखंड करन तो तौबा कीती। पाठक जन परख कर सकते हैं कि गुरु नानक साहब ने कितना खतरनाक मजाक उड़ाया है उस पंडे का। अजिहे कटाक्ष ते हसना बनता है कि नहीं? वैसे अजकल सिखां विच बहुत सारे साध संत उस पंडे नालों भी किते वध पखंड कर रहे हैं। इन्हां नूं वरजण वाला भी अज कोई नहीं है। उस थां जो गुरु नानक साहब ने शब्द उच्चारण किया आख्या जाता है, वो जरूर पढ़ लो। वो शब्द 662 पन्ने के उत्ते सभाईमान है। काल नाही जोग नाही, नाही सत का ढब, था नष्ट जग भ्रष्ट होए, डूबता इव जग। कल मैं राम नाम सार, अखी ता मिटै नाक पकड़ै, ठगण को संसार रहाओ। आंट सेती नाग पकड़ै, सूझते 3 लो, मगर पाछै कछ न सूझै, ए पद्म अलो। खत्रियां तां धर्म छोड़िया, मलेश भाख्या गही, सृष्ट सब एक वर्ण होई, धर्म की गत रही। अष्ट साज साज प्राण सोधै, करें वेद अभ्यास, बिन नाम हर के मुक्त नाही, कहे नानक दास। हे भाई, ना तुहानू समय की कदर है, ना तुहानू मौत का भय है, ना अकाल पुरख बारे कोई ज्ञान है, ना सच्चाई वाले नेक जीवन राह ते तुसी चलते हो। इस तरह के लोगों कारण सारे धर्म अस्थान भी भ्रष्ट हो गए हैं, अपवित्र हो गए हैं। इउं सारा समाज हर पक्षों गर्क हुंदा जा रहा है। मौजूदा समय विच निरंकार का नाम ही सब तो उत्तम है। बाकी कर्म कांड फजूल हैं, बेमैने हैं। कोई चौंकड़ा मार के अखां बंद करके नक पड़ के भगती करन दा विखावा करता है। ये भगती नहीं है, धर्म नहीं है। लोगों नूं लुट्टण दा एक धंधा है, ठगी है। पुठे हत्थ नाल नक पड़ के दावा करते हैं कि सानू त्रैलोकी दिसदी है, पर इन्हां दे पिठ पिछे पिया कोई समान भी इन्हां नूं नहीं दिसदा। बड़े पद्म आसन लाउंदे हैं। समाज नूं की देण है इन्हां लोकां दी? खत्रियां ने अपना जंगी सुभाਅ त्याग दिता है। जिमें समय के मुसलमान हाकम जुल्म करते हैं, उस तरह उन्हां दे हथ ठोके बन के खत्री अपने लोगों ते जुल्म करते हैं। जिधर ध्यान मारो सारे पासे पाप फैलिया होया है। धर्म का किधरे नामो निशान नहीं लभदा। ये लोग कदी धर्म ग्रंथां दे शुद्ध पाठ करन दा दावा करते हैं, कदी व्याकरण अनुसार अर्थ करते हैं। लोगों नूं दसदे हैं कि इउं तुहाडे सारे मसले हल करवा देंगे। पर याद रखना, इन्हां मंत्र जापां नाल तुहाडा कुछ नहीं संवरना। निरंकार दे अटल कानून नूं समझो, फिर बंधना तो मुक्ति मिल सकती है। इउं सेवक नानक ने लंबी खोज तो बाद जाणिया अते समझिया है। तुहाडे सन्मुख ये विचार रखे ने। पाठक जनों, इस शब्द नाल वो साखी संबंधित की हुई मिलती है जिस विच जगन्नाथपुरी कोल एक पंडा लोगों नूं ये कह के गुमराह कर रहा सी कि अखां बंद करन ते मैनू 3 लोग दिसदे हन। तुसीं अपने पितरां दा हाल चाल मैथों पुछ सकदे हो। लोकी पुछदे सन ते पैसे देई जा रहे सन। वो पंडा झूठे मूठे जवाब देई जा रहा सी। गुरु नानक ने उसका पैसा वालिया लोटा चुकवा दिता। वो लोटा ना वेख के घबरा गया। गुरु नानक साहब आखण लगे, भाई लोटा तां तेरे नेड़े ही पिया है, तैनू तां 3 लोग दिसदे हन, फिर लोटा क्यों नहीं दिसदा? उसने माफ़ी मंगी, अगे तो नेक राह चलण दा प्रण कीता। है ना किन्ना करारा व्यंग, ठोस सच्चाई ते आधारित। इत्थे पर हसना तो चाहिदा ही है ना। आओ खुल के हस लईए। आखो सतनाम।